ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਇਹ ਐਪੀਸੋਡ ਸਪਾਂਸਰਡ ਹੈ। ਇਹ ਸੰਦੇਸ਼ ਜ਼ਮੀਨ ਸੰਘਰਸ਼ ਕਮੇਟੀ ਲੁਧਿਆਣਾ ਵੱਲੋਂ ਜਾਰੀ ਕੀਤਾ ਗਿਆ। ਫੀਤਾ ਨਾ ਕਿ ਫਾਹਾ, ਉੱਠ ਪੰਜਾਬ ਸਿਆਂ, ਆਪਣੇ ਹੱਕ ਪਹਿਚਾਣ। ਆਪਣੇ ਮਾਲ ਰਿਕਾਰਡ ਬਾਰੇ ਜਾਣਕਾਰੀ ਹੋ, ਇੱਕ ਅਪੀਲ ਕੀਤੀ ਜਾਂਦੀ ਹੈ ਕਿ ਸੀਐਮ ਸਾਹਿਬ ਸੰਬੰਧਿਤ ਅਫਸਰ, ਸਮਾਜ ਦੇ ਬੁੱਧੀਜੀਵੀ, ਕੱਲੇ ਹੱਕਾਂ ਦੀ ਲੜਾਈ ਲੜਨ ਵਾਲੇ ਸਮਾਜ ਸੇਵੀ, ਜ਼ਿੰਮੇਵਾਰ ਸਰਪੰਚ, ਪ੍ਰਿੰਸੀਪਲ, ਖੇਤੀਬਾੜੀ ਯੂਨੀਵਰਸਿਟੀ ਤੇ ਕਾਸ਼ਤਕਾਰਾਂ ਨੂੰ ਇਹ ਬੇਨਤੀ ਹੈ, ਮਾਲ ਰਿਕਾਰਡ ਦੀ ਸਹੀ ਜਾਣਕਾਰੀ ਹੀ ਖੇਤੀ ਅਤੇ ਪੰਜਾਬ ਨੂੰ ਬਚਾ ਸਕਦੀ ਹੈ। ਦੂਜਾ, ਸਾਂਝੀ ਥਾਂ ਸਾਂਝਾ ਵਿਕਾਸ ਤਾਂ ਹੀ ਹੋ ਸਕਦਾ ਹੈ ਜਦੋਂ ਜ਼ਮੀਨ ਵਿੱਚ ਉਹਨਾਂ ਲੋਕਾਂ ਨੂੰ ਹੱਕ ਮਿਲੇ ਜਿਨ੍ਹਾਂ ਦਾ ਹੱਕ ਬਣਦਾ ਹੈ। ਤੀਜਾ, ਕੋਰਟ ਕੇਸ, ਪੁਲਿਸ ਕੇਸ, ਜ਼ਮੀਨ ਦੀ ਗਲਤ ਵੰਡ, ਹਰ ਰੋਜ਼ ਦੇ ਹੋ ਰਹੇ ਲੜਾਈ ਝਗੜੇ, ਕਤਲ ਤੇ ਸਮਾਜ ਵਿੱਚ ਫੈਲੀ ਗਲਤ ਫਹਿਮੀ ਤਾਂ ਹੀ ਘੱਟ ਕੀਤੀ ਜਾ ਸਕਦੀ ਹੈ ਜੇ ਮਾਲ ਰਿਕਾਰਡ ਦੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚੇ। ਹੋਰ ਬਹੁਤ ਕੁਝ ਲਿਖਿਆ ਜੀ ਇਸ ਸੰਦੇਸ਼ ਦੇ ਵਿੱਚ। ਜਾਰੀਕਰਤਾ ਐਡਵੋਕੇਟ ਤੀਰਥ ਗਰੇਵਾਲ, ਡਿਸਟ੍ਰਿਕਟ ਕੋਰਟ ਲੁਧਿਆਣਾ। ਸਾਡੇ ਦਰਸ਼ਕਾਂ ਨੂੰ ਪੰਜਾਬ ਦਸਤਾਵੇਜ਼ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਤੇ ਇਸ ਦੇ ਨਾਲ ਹੀ ਇੱਕ ਬੰਪਰ ਦੀਵਾਲੀ ਖਬਰ ਪੇਸ਼ ਕਰ ਰਹੇ ਹਾਂ। ਅੱਜ ਗੱਲ ਹੋਏਗੀ ਠੱਗ ਅਕਾਲੀ ਅਤੇ ਕਾਂਗਰਸੀ ਸਿਆਸਤਦਾਨਾਂ ਦੀ। ਦੱਸਾਂਗੇ ਕਿਵੇਂ ਦਲਿਤਾਂ ਤੋਂ ਉਹਨਾਂ ਹਥਿਆਈ 254 ਏਕੜ ਜ਼ਮੀਨ। ਦੱਸਾਂਗੇ ਕਿਵੇਂ ਅਦਾਲਤਾਂ ਨੂੰ ਵੀ ਕੀਤਾ ਗਿਆ ਗੁੰਮਰਾਹ। ਜ਼ਿਕਰ ਹੋਵੇਗਾ ਮਾਲ ਅਧਿਕਾਰੀਆਂ ਦਾ ਜਿਨ੍ਹਾਂ ਨੇ ਠੱਗੀ 'ਚ ਸਿਆਸਤਦਾਨਾਂ ਦਾ ਸਾਥ ਦਿੱਤਾ ਤੇ ਜੇਬਾਂ ਭਰੀਆਂ। ਫਿਰ ਦੱਸਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਆਦੇਸ਼ ਜਾਰੀ ਕੀਤੇ ਅਤੇ ਹੁਣ ਗੱਲ ਕਿੱਥੇ ਖੜੀ ਹੈ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਹੈ। ਸਭ ਤੋਂ ਪਹਿਲਾਂ ਇਸ ਖਬਰ ਦੇ ਮੁੱਖ ਪਾਤਰਾਂ ਨਾਲ ਤੁਹਾਡੀ ਜਾਣ ਪਹਿਚਾਣ ਕਰਵਾ ਦਿੰਦੇ ਹਾਂ। ਇਸ ਖਬਰ ਦੇ ਵਿੱਚ ਮੁੱਖ ਦੋਸ਼ੀ ਯਾਨੀ ਕਿ ਸਸਪੈਕਟਸ ਪਹਿਲੇ ਨੰਬਰ 'ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਕਾਲੀ ਦਲ, ਦੂਜੇ ਨੰਬਰ 'ਤੇ ਕਾਂਗਰਸੀ ਆਗੂ ਵੇਦ ਪ੍ਰਕਾਸ਼, ਸਾਬਕਾ ਚੇਅਰਮੈਨ ਬਲਾਕ ਸਮਿਤੀ, ਤੀਜੇ ਦੋਸ਼ੀ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਢਿੱਲੋਂ ਰਿਟਾਇਰਡ। ਇਸ ਖਬਰ ਦੇ ਸ਼ਲਾਘਾਯੋਗ ਪਾਤਰ ਇਸ ਤਰ੍ਹਾਂ ਨੇ: ਮੁੱਖ ਮੰਤਰੀ ਭਗਵੰਤ ਮਾਨ, ਦੂਜੇ ਨੰਬਰ 'ਤੇ ਮੁੱਖ ਸਕੱਤਰ ਅਨੁਰਾਗ ਵਰਮਾ, ਤੀਜੇ ਨੰਬਰ 'ਤੇ ਸਭ ਤੋਂ ਅਹਿਮ ਪਾਤਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਾਰੇ। ਹੁਣ ਖਬਰ ਦੇ ਵਿਸਤਾਰ। ਮੁੱਖ ਮੰਤਰੀ ਭਗਵੰਤ ਮਾਨ ਕੋਲ ਕੁਝ ਦਲਿਤ ਲੋਕਾਂ ਨੇ ਸ਼ਿਕਾਇਤ ਭੇਜੀ। ਉਹਨਾਂ ਨੇ ਲਿਖਿਆ ਕਿ ਸਾਡੀ ਜ਼ਮੀਨ 254 ਏਕੜ ਕੁਝ ਵੱਡੇ ਬੰਦਿਆਂ ਨੇ ਹਥਿਆ ਲਈ ਹੈ। ਮੁੱਖ ਮੰਤਰੀ ਦੇ ਆਦੇਸ਼ 'ਤੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ 2/8/23 ਨੂੰ ਇੱਕ ਆਦੇਸ਼ ਜਾਰੀ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਾਰੇ ਨੂੰ ਕਿਹਾ ਕਿ ਜਲਦ ਤੋਂ ਜਲਦ ਇਸ ਵਿਸ਼ੇ 'ਤੇ ਘੋਖ ਕਰਕੇ ਜਾਂਚ ਕਰਕੇ ਰਿਪੋਰਟ ਭੇਜੀ ਜਾਏ। ਡੀਸੀ ਨੇ 20 ਪੇਜ ਦੀ ਰਿਪੋਰਟ, ਆਪਰੇਟਿਵ ਪਾਰਟ ਅਤੇ ਉਸ ਦੇ ਨਾਲ ਵੱਡੇ ਸਾਰੇ ਬਕਸੇ ਦੇ ਵਿੱਚ ਬੰਨ੍ਹ ਕੇ ਅਨੈਕਸ਼ਰ ਸਬੂਤ ਸਰਕਾਰ ਨੂੰ ਭੇਜ ਦਿੱਤੇ ਨੇ। ਇਹ ਸਾਰਾ ਕੁਝ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਗਿਆ। ਮੁੱਖ ਮੰਤਰੀ ਦੇ ਆਦੇਸ਼ 'ਤੇ ਇਸ ਰਿਪੋਰਟ 'ਤੇ ਕਾਨੂੰਨੀ ਰਾਏ ਲੈਣ ਲਈ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਇਹ ਰਿਪੋਰਟ ਭੇਜ ਦਿੱਤੀ ਗਈ ਹੈ। ਨਾਓ ਡਿਟੇਲਸ ਆਫ ਦੀ ਰਿਪੋਰਟ। 1993 'ਚ ਦੀ ਹਰੀਜਨ ਫਾਰਮਿੰਗ ਕੋਆਪਰੇਟਿਵ ਸੁਸਾਇਟੀ ਪੱਲਾ ਮੇਗਾ ਨੂੰ ਗੁਰੂ ਹਰਸਹਾਏ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ 'ਚ ਪੈਂਦੇ ਪਿੰਡ ਚੱਕ ਸਰਕਾਰ ਮੁਹਾਜੀ ਬਹਾਦਰ ਕੇ ਉਸ 'ਚ 254 ਏਕੜ ਜ਼ਮੀਨ ਨਾਜ਼ੂਲ ਲੈਂਡ ਅਲਾਟ ਕੀਤੀ ਜਾਂਦੀ ਹੈ। ਇਸ ਸੁਸਾਇਟੀ ਤੋਂ 35,310 ਰੁਪਏ ਵਸੂਲ ਕੀਤੇ ਜਾਂਦੇ ਨੇ।
45 ਮੈਂਬਰ ਹੁੰਦੇ ਨੇ। ਸ਼ਰਤ ਲਾਈ ਜਾਂਦੀ ਹੈ ਕਿ ਇਹ ਜ਼ਮੀਨ ਅੱਗੇ ਵੇਚੀ ਨਹੀਂ ਜਾਏਗੀ, ਯਾਨੀ ਕਿ ਐਲੀਨੇਟ ਨਹੀਂ ਕੀਤੀ ਜਾ ਸਕਦੀ। ਇਸ ਜ਼ਮੀਨ ਤੇ ਪਹਿਲਾਂ ਤੋਂ ਕੁਝ ਲੋਕ ਕਾਬਜ਼ ਹੁੰਦੇ ਨੇ, ਮੁੱਖ ਤੌਰ ਤੇ ਹਰਬੰਸ ਸਿੰਘ, ਉਸਦਾ ਪਰਿਵਾਰ ਤੇ ਉਸਦੇ ਸਹਿਯੋਗੀ। ਦੂਜੇ ਨੰਬਰ ਤੇ ਜਨਮੇਜਾ ਸਿੰਘ ਸੇਖੋਂ, ਉਸਦਾ ਜਿਹੜਾ ਲਾਮ ਲਸ਼ਕਰ, ਅਕਾਲੀ ਦਲ ਦੇ ਲੋਕ, ਸਹਿਯੋਗੀ। ਡੀਸੀ ਪਾਰੇ ਆਪਣੀ 20 ਪੇਜ ਦੀ ਰਿਪੋਰਟ ਦੇ ਵਿੱਚ ਲਿਖਦੇ ਹੈ ਕਿ 1993 ਤੋਂ ਪਹਿਲਾਂ ਜ਼ਮੀਨ ਤੇ ਅਕਾਲੀ ਅਤੇ ਹਰਬੰਸ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਦਾ ਕਬਜ਼ਾ ਸੀ ਅਤੇ ਉਹਨਾਂ ਦੇ ਸਪੋਰਟਰਾਂ ਦਾ ਕਬਜ਼ਾ ਸੀ। ਵੇਦ ਪ੍ਰਕਾਸ਼ ਇੱਕ ਹੋਰ ਵਿਅਕਤੀ ਜੋ ਕਿ ਪਿੰਡ ਦਾ ਸਰਪੰਚ ਰਿਹਾ 25 ਸਾਲ ਲਗਾਤਾਰ ਤੇ ਬਲਾਕ ਸਮਿਤੀ ਦਾ ਚੇਅਰਮੈਨ ਵੀ ਰਿਹਾ, ਉਹ ਇਸ ਸਕੀਮ ਦੇ ਵਿੱਚ ਕੁਝ ਦੇਰ ਬਾਅਦ ਆਉਂਦਾ ਹੈ। ਉਹ ਉਸ ਵਕਤ ਆਉਂਦਾ ਹੈ ਜਦੋਂ ਉਹ ਦਲਿਤਾਂ ਦੀ ਮਦਦ ਕਰਦਾ ਹੈ ਤੇ ਉਸ ਨੂੰ ਅਕਾਲੀ ਸਰਕਾਰ ਦੇ ਦਬਾਅ ਹੇਠ ਕਈ ਕੇਸ ਭੁਗਤਣੇ ਪੈਂਦੇ ਹੈ। ਡੀਸੀ ਬਠਿੰਡਾ ਨੂੰ ਜਾਂਚ ਕਰਦੇ ਹੋਏ ਪਤਾ ਲੱਗਿਆ ਕਿ 2003 ਦੇ ਵਿੱਚ ਇੱਕ ਕੰਪਰੋਮਾਈਜ਼ ਹੋਇਆ ਸੀ। ਇਹਦੇ ਵਿੱਚ 3 ਧਿਰਾਂ ਸੀ। ਇੱਕ ਪਾਸੇ ਹਰਬੰਸ ਸਿੰਘ ਜਿਹਦੇ ਕੋਲ ਜ਼ਿਆਦਾ ਜ਼ਮੀਨ ਦਾ ਕਬਜ਼ਾ ਸੀ, ਫਿਰ ਜਨਮੇਜਾ ਸਿੰਘ ਸੇਖੋਂ, ਤੇ ਤੀਜੀ ਧਿਰ ਵੇਦ ਪ੍ਰਕਾਸ਼ ਐਂਡ ਇਨ ਬ੍ਰੈਕਟ ਦਲਿਤਸ। ਇਹ 3 ਧਿਰਾਂ ਵਿਚਕਾਰ ਸਮਝੌਤਾ ਹੋਇਆ। ਇਸ ਸਮਝੌਤੇ ਦੇ ਵਿੱਚ ਇਹ ਫੈਸਲਾ ਹੋਇਆ ਕਿ ਜਨਮੇਜਾ ਸਿੰਘ ਸੇਖੋਂ ਨੂੰ 30 ਏਕੜ ਜ਼ਮੀਨ ਦੇ ਦਿਓ, 25-25 ਏਕੜ ਹਰਬੰਸ ਸਿੰਘ ਤੇ ਵੇਦ ਪ੍ਰਕਾਸ਼ ਨੂੰ ਦੇ ਦਿਓ। ਜਿੰਨੇ ਦਲਿਤ ਸੁਸਾਇਟੀ ਦੇ ਮੈਂਬਰ ਹੈ ਉਹਨਾਂ ਨੂੰ 22 ਕਨਾਲ ਜਗ੍ਹਾ ਦੇ ਦਿਓ, ਯਾਨੀ ਕਿ 2 ਏਕੜ ਤੋਂ ਉੱਪਰ। ਜਨਮੇਜਾ ਸਿੰਘ ਸੇਖੋਂ ਨੇ ਆਪਣੇ 30 ਕਿੱਲੇ ਹਰਬੰਸ ਸਿੰਘ ਨੂੰ 15 ਤੇ ਵੇਦ ਪ੍ਰਕਾਸ਼ 15 ਨੂੰ ਸਿੱਧੇ ਹੀ ਸੁਸਾਇਟੀ ਤੋਂ ਡਾਇਰੈਕਟਲੀ ਸੇਲ ਕਰਵਾਤੇ, ਯਾਨੀ ਕਿ ਆਪਣੇ ਨਾਮ ਜ਼ਮੀਨ ਕਰਵਾਈ ਨਹੀਂ, ਚੜ੍ਹਾਈ ਨਹੀਂ, ਸਿੱਧੇ ਹੀ ਵੇਚਤੇ ਤੇ 17 ਲੱਖ ਰੁਪਇਆ ਲਿਆ ਗਿਆ। ਇਸ ਸਾਰੀ ਵਿਵਸਥਾ ਦਾ, ਕੰਪਰੋਮਾਈਜ਼ ਦਾ, ਭਾਵੇਂ ਕੋਈ ਡਾਕੂਮੈਂਟਰੀ ਸਬੂਤ ਨਹੀਂ, ਪਰ ਕਈ ਵਿਅਕਤੀਆਂ ਤੋਂ ਉਹਨਾਂ ਦੇ ਬਿਆਨਾਂ ਦੇ ਵਿੱਚ ਇਹ ਡਿਪਟੀ ਕਮਿਸ਼ਨਰ ਬਠਿੰਡਾ ਨੇ ਨੋਟ ਕੀਤਾ, ਦਰਜ ਕੀਤਾ ਤੇ ਉਹਨਾਂ ਦੇ ਦਸਤਖਤ ਇਹਨਾਂ ਦੇ ਬਿਆਨਾਂ 'ਤੇ ਕਰਵਾਏ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਵੇਦ ਪ੍ਰਕਾਸ਼ ਇਹਦੇ ਵਿੱਚ ਸ਼ਾਮਲ ਕਿਵੇਂ ਹੋਇਆ। ਜਦੋਂ ਇਹ ਜ਼ਮੀਨ 1993 ਦੇ ਵਿੱਚ ਹਰੀਜਨਾਂ ਨੂੰ ਅਲਾਟ ਹੋਈ ਤੇ ਉਹਨਾਂ ਦੀ ਮਦਦ ਕਰਨ ਲਈ ਵੇਦ ਪ੍ਰਕਾਸ਼ ਨੇ ਪਹਿਲ ਕਦਮੀ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਕੇਸ ਅਦਾਲਤਾਂ ਦੇ ਵਿੱਚ ਲੜੂੰਗਾ, ਖਰਚਾ ਕਰੂੰਗਾ, ਤੁਸੀਂ ਮੇਰਾ ਸਾਥ ਦਿਓ। ਉਸ ਦੇ ਨਾਲ ਕੀ ਹੁੰਦਾ, ਜਿਹੜੇ ਦਲਿਤ ਸੀ ਉਹ ਵੇਦ ਪ੍ਰਕਾਸ਼ ਦੇ ਨੇੜੇ ਹੋ ਗਏ। ਵੇਦ ਪ੍ਰਕਾਸ਼ ਉਹਨਾਂ ਦੇ ਰੋਜ਼ਮਰਰਾ ਦੇ ਖਰਚੇ ਵੀ ਚੱਲਣ ਲੱਗ ਗਿਆ, ਥੋੜ੍ਹੇ ਘਣੇ ਪੈਸੇ ਮੰਗਣ 'ਤੇ ਦੇ ਦਿੰਦਾ ਸੀ। ਸੋ ਇਸ ਨਾਲ ਉਹਨਾਂ ਦੀ ਲਿਹਾਜ਼ ਪੈ ਗਈ, ਕੇਸ ਲੜੇ। ਪੁਲਿਸ ਕੇਸ ਵੀ ਵੇਦ ਪ੍ਰਕਾਸ਼ 'ਤੇ ਬਣਿਆ, ਅਕਾਲੀਆਂ ਨੇ ਬਣਾਇਆ, ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਪਰ 2002 ਦੇ ਵਿੱਚ ਕੈਪਟਨ ਸਰਕਾਰ ਆ ਗਈ। ਵੇਦ ਪ੍ਰਕਾਸ਼ ਦਾ ਪਲੜਾ ਭਾਰੀ ਹੋ ਗਿਆ, ਉਹ ਕਾਂਗਰਸੀ ਸੀ। ਉਸ ਵਕਤ ਫਿਰ ਜਨਮੇਜਾ ਸਿੰਘ ਸੇਖੋਂ ਨੇ ਸਿਆਣਪ ਕਰਦੇ ਹੋਏ ਸਮਝੌਤਾ ਕੀਤਾ। ਇਸ ਸਮਝੌਤੇ ਦੇ ਵਿੱਚ 3 ਪਾਰਟੀਆਂ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ, ਸ਼ਾਮਲ ਹੋਈਆਂ। ਹਰਬੰਸ ਸਿੰਘ, ਜਨਮੇਜਾ ਸਿੰਘ ਸੇਖੋਂ ਤੇ ਵੇਦ ਪ੍ਰਕਾਸ਼ ਵਿਦਨ ਬ੍ਰੈਕਟ ਦਲਿਤ ਸੁਸਾਇਟੀ। ਉਸ ਦੇ ਵਿੱਚ ਫੈਸਲੇ ਜੋ ਹੋਏ ਉਹ ਤੁਹਾਨੂੰ ਮੈਂ ਸੁਣਾ ਚੁੱਕਿਆ। ਇਹ ਸਾਰੀ ਗੱਲ ਦੀ ਪੁਸ਼ਟੀ ਹਰਬੰਸ ਸਿੰਘ ਦੇ ਬੇਟੇ ਗੁਰਸੇਵਕ ਸਿੰਘ ਨੇ ਡੀਸੀ ਦੇ ਸਾਹਮਣੇ ਪੇਸ਼ ਹੋ ਕੇ ਕੀਤੀ। ਹਰਬੰਸ ਸਿੰਘ ਇਸ ਵਕਤ ਵਿਦੇਸ਼ ਗਿਆ ਹੋਇਆ ਤੇ ਦੂਜੇ ਪਾਸੇ ਵੇਦ ਪ੍ਰਕਾਸ਼ ਖੁਦ ਡੀਸੀ ਸਾਹਮਣੇ ਪੇਸ਼ ਹੋਇਆ ਤੇ ਜੋ ਗੱਲਾਂ ਇਹ ਲਿਖੀਆਂ ਡੀਸੀ ਸਾਹਿਬ ਦੀ ਰਿਪੋਰਟ ਦੇ ਵਿੱਚ, ਉਹਦੀ ਵੀ ਉਹਨੇ ਤਸਦੀਕ ਕੀਤੀ, ਸਹਿਮਤੀ ਵਿਅਕਤ ਕੀਤੀ। ਪੰਜਾਬ ਦਸਤਾਵੇਜ਼ ਨੇ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਐਗਰੀਕਲਚਰ ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ ਨਾਲ ਸੰਪਰਕ ਕੀਤਾ। ਜਨਮੇਜਾ ਸੇਖੋਂ ਜੀ ਨੇ ਸਾਨੂੰ ਕਿਹਾ ਕਿ ਮੇਰਾ ਇਸ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਨਾ ਜ਼ਮੀਨ ਖਰੀਦੀ ਤੇ ਨਾ ਮੈਂ ਵੇਚੀ। ਬਿਲਕੁਲ ਠੀਕ ਹੈ, ਨਾ ਵੇਚੀ ਨਾ ਖਰੀਦੀ। ਦੂਜੀ ਗੱਲ ਉਹ ਕਹਿੰਦੇ ਹੈ ਜੀ ਇਸ ਮਾਮਲੇ ਦੇ ਬਾਹਲੇ ਕੇਸ ਹੋ ਚੁੱਕੇ ਆ, ਇਹ ਤਾਂ 70, 71, 72 ਤੋਂ ਕੇਸ ਚੱਲੀ ਜਾਂਦੇ ਆ ਤੇ ਇਹਦੇ ਵਿੱਚ ਅਦਾਲਤਾਂ ਨੇ ਵੀ ਫੈਸਲੇ ਕੀਤੇ ਆ ਤੇ ਉਹ ਲੋਕ ਬਰੀ ਬੁਰੀ ਵੀ ਹੋ ਗਏ ਆ। ਸੋ ਤੁਸੀਂ ਜਿਹੜੀ ਖਬਰ ਕਰਨੀ ਹੈ ਧਿਆਨ ਨਾਲ ਕਰਿਓ, ਠੀਕ ਹੈ ਜੀ, ਧਿਆਨ ਨਾਲ ਕਰ ਰਹੇ।
ਹੁਣ ਉਹਨੇ ਜੀ ਡੀਸੀ ਦੀ ਰਿਪੋਰਟ ਦੇ 13ਵੇਂ ਪੇਜ ਤੇ ਉਹ ਲਿਖਦੇ ਹੈ 2003 ਚ ਨਵੀਂ ਸਿਆਸੀ ਸਥਿਤੀ ਪੈਦਾ ਹੋਈ, ਉਸ ਨੂੰ ਦੇਖਦੇ ਸਾਰੀਆਂ ਧਿਰਾਂ ਨੇ ਕੰਪਰੋਮਾਈਜ਼ ਕੀਤਾ ਤੇ ਇਸ ਕੰਪਰੋਮਾਈਜ਼ ਹੋਣ ਤੋਂ ਬਾਅਦ ਸੁਸਾਇਟੀ ਤੋਂ ਇੱਕ ਮਤਾ ਫੋਰਸੀਬਲੀ ਪਵਾਇਆ ਗਿਆ, ਜਾਂ ਕਹਿ ਲਓ ਮੋਟੀਵੇਟਡ ਮਤਾ, ਡਾਕਟਰਡ ਮਤਾ ਪਾਸ ਕਰਵਾਇਆ ਗਿਆ। ਉਹਦੇ ਵਿੱਚ ਇੱਕ ਸ਼ਾਮਲ ਹੁੰਦਾ ਕੋਆਪਰੇਟਿਵ ਡਿਪਾਰਟਮੈਂਟ ਦਾ ਇੰਸਪੈਕਟਰ। ਇੱਕ ਦੁਕਾਨ ਤੇ 40 ਤੇ ਬਹਿ ਕੇ ਇਹ ਮਤਾ ਲਿਖਿਆ ਜਾਂਦਾ ਹੈ, ਉਹਦੇ ਤੇ ਦਸਤਖਤ ਕਰਦਾ ਪ੍ਰਧਾਨ ਮਸਤਾ ਤੇ ਵਾਈਸ ਪ੍ਰੈਜ਼ੀਡੈਂਟ ਹਦਾਇਤ, ਤੇ ਬਾਕੀਆਂ ਤੇ ਵੀ ਦਸਤਖਤ ਕਰਾ ਲਏ ਜਾਂਦੇ ਆ ਬਾਅਦ 'ਚ। ਉਹ ਮਤੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸੁਸਾਇਟੀ ਆ 5 ਬੰਦਿਆਂ ਨੂੰ ਨਿਯੁਕਤ ਕਰਦੀ ਹੈ ਤਾਂ ਕਿ ਉਹ ਸਾਰੀ ਜ਼ਮੀਨ ਨੂੰ ਵੇਚ ਸਕਣ ਤੇ ਅੱਗੇ ਖਰੀਦ ਸਕਣ, ਵੇਚ ਵੱਟ ਸਕਣ ਤੇ ਹੋਰ ਖਰੀਦ ਸਕਣ। ਇਹ ਸਾਰੇ ਹਕੂਕ 5 ਮੈਂਬਰੀ ਕਮੇਟੀ ਨੂੰ ਦਿੱਤੇ ਜਾਂਦੇ ਆ। 5 ਮੈਂਬਰੀ ਕਮੇਟੀ ਫਿਰ ਇੱਕ ਮਤਾ ਪਾ ਦਿੰਦੀ ਹੈ, ਉਹ ਕਹਿੰਦੀ ਜੀ ਇਹ ਸਾਰੇ ਹਕੂਕ ਅਸੀਂ ਮਸਤਾ ਪ੍ਰਧਾਨ ਤੇ ਵਾਈਸ ਪ੍ਰੈਜ਼ੀਡੈਂਟ ਹਦਾਇਤ ਨੂੰ ਦੇ ਦਿੰਦੇ ਹਾਂ। ਹੁਣ ਜੀ ਇਹ ਅਧਿਕਾਰ ਮਿਲ ਗਏ ਤਾਂ ਇਹ ਤੋਂ ਬਾਅਦ ਤੁਰੰਤ 116 ਰਜਿਸਟਰੀਆਂ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਇਕੱਲੇ ਨੇ ਇਸ ਨਾਜ਼ੂਲ ਲੈਂਡ ਦੀਆਂ ਪ੍ਰਾਈਵੇਟ ਲੋਕਾਂ ਦੇ ਨਾਵਾਂ ਤੇ ਕਰਤੀਆਂ। ਜ਼ਿਆਦਾ ਲੋਕ ਵੇਦ ਪ੍ਰਕਾਸ਼ ਤੇ ਹਰਬੰਸ ਸਿੰਘ ਨਾਲ ਸੰਬੰਧਿਤ ਸੀ। ਜਨਮੇਜਾ ਸਿੰਘ ਸੇਖੋਂ ਆਪਣਾ ਮਾਲ ਲੈ ਕੇ 17 ਲੱਖ ਰੁਪਇਆ ਲੈ ਕੇ ਨਿਕਲ ਗਿਆ। ਉਦੋਂ ਬਾਅਦ ਕੀ ਹੁੰਦਾ, ਡਿਪਟੀ ਕਮਿਸ਼ਨਰ ਇਸ ਜ਼ਮੀਨ ਦੀਆਂ ਜਿਹੜੀਆਂ ਮਿਊਟੇਸ਼ਨ ਸੀ ਉਹਨਾਂ ਨੂੰ ਰੱਦ ਕਰਨ ਲਈ ਨੋਟਿਸ ਜਾਰੀ ਕਰਦਾ। 16/10/2008 ਨੂੰ ਨੋਟਿਸ ਜਾਰੀ ਹੁੰਦਾ, ਕਿਉਂਕਿ ਨਜ਼ੂਲ ਜ਼ਮੀਨ ਤੇ ਮਤਲਬ ਕਿ ਸੇਲ ਨਹੀਂ ਹੋ ਸਕਦੀ, ਐਲੀਨੇਟ ਨਹੀਂ ਹੋ ਸਕਦੀ ਐਜ਼ ਪਰ ਨਜ਼ੂਲ ਲੈਂਡ ਟਰਾਂਸਫਰ ਰੂਲਸ 1956 ਐਜ਼ ਅਮੈਂਡਡ ਇਨ 1970 ਐਂਡ 1991। ਹੁਣ ਸੁਸਾਇਟੀ ਕਰਦੀ ਕੀ ਹੈ, ਨੋਟਿਸ ਆ ਗਿਆ ਡੀਸੀ ਦਾ, ਸੁਸਾਇਟੀ ਨੂੰ ਵਰਤ ਕੇ ਯਾਨੀ ਕਿ ਸੁਸਾਇਟੀ ਰਾਹੀਂ ਇਹ ਜਿਹੜੇ ਠੱਗ ਨਵੇਂ ਮਾਲਕ ਕਾਬਜ਼ ਬਣੇ ਉਹ ਇੱਕ ਕੇਸ ਪਵਾਉਂਦੇ ਆ ਤੇ ਰਿਟਾਇਰਮੈਂਟ ਦੇ ਨੇੜੇ ਬੈਠੇ ਜੱਜ ਸਾਹਿਬ ਕਰਨੈਲ ਸਿੰਘ 15/6/2010 ਨੂੰ ਸੁਸਾਇਟੀ ਦੇ ਹੱਕ ਵਿੱਚ ਐਕਸ ਪਾਰਟੀ ਆਰਡਰ ਕਰਦੇ ਆ ਕਿ ਇਸ ਜ਼ਮੀਨ ਨੂੰ ਵੇਚਣ ਵਟਣ ਦਾ ਹੱਕ ਇਹ ਸੁਸਾਇਟੀ ਦੇ ਕੋਲ ਹੈਗਾ ਤੇ ਇਹ ਵੇਚ ਸਕਦੀ ਹੈ। ਯਾਨੀ ਕਿ ਜਿਹੜੀਆਂ ਰਜਿਸਟਰੀਆਂ 116 ਹੋਈਆਂ ਉਹ ਯਾਨੀ ਕਿ ਵਾਜਬ ਨੇ। ਹੁਣ ਦੱਸਦਾ ਜੀ ਐਕਸ ਪਾਰਟੀ ਆਰਡਰ ਹੋਇਆ ਕਿਉਂ। ਇਸ ਰਿਪੋਰਟ 'ਚ ਦੱਸਿਆ ਗਿਆ ਕਿ ਕੋਰਟ ਵੱਲੋਂ ਜਾਰੀ ਕੀਤੇ ਗਏ ਸਮਨ ਡੀਸੀ ਆਫਿਸ ਦੇ ਵਿੱਚ ਇੱਕ ਕਲਰਕਣੀ ਨੇ ਸਵੀਕਾਰ ਕੀਤੇ। ਉਸ ਨੇ ਇੱਕ ਗਲਤ ਬ੍ਰਾਂਚ ਦੇ ਵਿੱਚ ਭੇਜਤੇ, ਗਲਤੀ ਨਾਲ ਭੇਜਤੇ, ਜਾਣਬੁੱਝ ਕੇ ਭੇਜਤੇ, ਇਹ ਤੁਹਾਡਾ ਅਨੁਮਾਨ ਹੋ ਸਕਦਾ ਹੈ। ਉਹ ਫਿਰ ਅੱਗੋਂ ਦੂਜੀ ਬ੍ਰਾਂਚ ਚਲੇ ਗਏ, ਉਹ ਚਲਦੇ ਚਲਾਉਂਦੇ ਜਲਾਲਾਬਾਦ ਚਲੇ ਗਏ, ਜਲਾਲਾਬਾਦ ਤੋਂ ਫਿਰ ਗੁਰੂ ਹਰਸਹਾਏ ਆ ਗਏ ਤੇ ਉੱਥੇ ਆ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ 'ਚ ਉਹ ਸਮਨ ਟਿਕ ਗਏ, ਯਾਨੀ ਕਿ ਉੱਥੇ ਬਹਿ ਗਏ, ਉੱਠ ਨਹੀਂ ਹੋਇਆ ਉਹਨਾਂ ਤੋਂ। ਉਹ ਫਿਰ ਉੱਥੇ ਬੈਠੇ ਰਹਿ ਗਏ। ਅਦਾਲਤ ਨੇ ਫੈਸਲਾ ਕਰਤਾ ਇੱਕ ਤਰਫਾ। ਹੁਣ ਜੇ ਤੁਸੀਂ ਅਦਾਲਤੀ ਫੈਸਲਾ ਪੜ੍ਹੋ ਤੁਹਾਨੂੰ ਪਤਾ ਲੱਗੇਗਾ ਕਿ ਜੱਜ ਨੇ ਆਪਣਾ ਫੈਸਲਾ ਨਾਜ਼ੂਲ ਲੈਂਡ ਟਰਾਂਸਫਰ ਰੂਲਸ 1956 ਤੇ ਆਧਾਰਿਤ ਕੀਤਾ। ਉਸ ਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਹੋਈਆਂ 1970 ਤੇ 1991 ਉਹਦਾ ਜ਼ਿਕਰ ਹੈ ਨਹੀਂ। ਮਤਲਬ ਕਿ 1956 ਵਾਲੇ ਐਕਟ ਦੀ ਹੀ ਵਿਆਖਿਆ ਕੀਤੀ ਗਈ। ਹੁਣ ਇਸ ਐਕਟ ਦੇ ਵਿੱਚ ਹੈ ਕੀ ਸੀ? 1956 ਵਾਲਾ ਐਕਟ ਕਹਿੰਦਾ ਹੈ ਜਿਹੜੀ ਸੁਸਾਇਟੀ ਦਲਿਤ ਸੁਸਾਇਟੀ ਬਣਦੀ ਰਕਮ ਜੋ ਫਿਕਸ ਕੀਤੀ ਗਈ ਐਟ ਦੀ ਟਾਈਮ ਆਫ ਅਲਾਟਮੈਂਟ ਆਫ ਲੈਂਡ ਉਹ ਅਖੀਰਲੀ ਕਿਸ਼ਤ ਪੂਰੀ ਭਰ ਦਿੰਦੀ ਹੈ, ਉਹ ਉਸ ਤੋਂ ਬਾਅਦ ਜ਼ਮੀਨ ਸੇਲ ਕਰ ਸਕਦੀ ਹੈ। ਯਾਨੀ ਕਿ ਲਾਸਟ ਇੰਸਟਾਲਮੈਂਟ ਭਰਨ ਤੋਂ ਪਹਿਲਾਂ ਉਹ ਜ਼ਮੀਨ ਟਰਾਂਸਫਰ ਨਹੀਂ ਹੋ ਸਕਦੀ। ਪਰ ਇਹਦੇ ਵਿੱਚ 1970 ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ। ਉਹ ਫਿਰ ਇਹ ਸੀ ਕਿ ਤੁਸੀਂ ਇਹ ਜ਼ਮੀਨ ਦਲਿਤ ਦੀ ਦਲਿਤ ਨੂੰ ਵੇਚੀ ਜਾ ਸਕਦੀ ਹੈ। ਖੈਰ ਉਦੋਂ ਬਾਅਦ 1991 'ਚ ਆ ਗਿਆ ਜੀ, ਤਾਂ ਉੱਕਾ ਹੀ ਵੇਚੀ ਨਹੀਂ ਜਾ ਸਕਦੀ, ਇਹ ਸਿਰਫ ਇਨਹੈਰੀਟੈਂਸ ਨਾਲ ਅੱਗੇ ਚੱਲੇ, ਬੱਚਿਆਂ ਰਾਹੀਂ ਅੱਗੇ ਚੱਲੇ। ਸੋ ਇਸ ਅਮੈਂਡਮੈਂਟ ਨੂੰ ਜਿਹੜੀ ਕਿ ਬਹੁਤ ਹੀ ਸਾਫ਼ ਤੇ ਸਪਸ਼ਟ ਹੈ, ਜੱਜ ਸਾਹਿਬ ਨੂੰ ਦੱਸਿਆ ਨਹੀਂ ਗਿਆ ਤੇ ਜੱਜ ਸਾਹਿਬ ਨੇ ਖੁਦ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੇ ਮੈਂ ਜ਼ਿਕਰ ਕਰੂੰਗਾ ਕੁਛ ਦਿਨ ਪਹਿਲਾਂ ਆਈ ਹਾਈ ਕੋਰਟ ਤੋਂ ਇੱਕ ਖਬਰ ਸੀ।
ਉਹਦੇ ਵਿੱਚ ਹਾਈ ਕੋਰਟ ਕਹਿੰਦੀ ਆ ਕਿ ਸੱਚਾਈ ਤੱਕ ਪਹੁੰਚਣ ਲਈ ਜੱਜ ਦੀ ਡਿਊਟੀ ਆ ਕਿ ਉਹ ਮਾਈਨਿੰਗ ਕਰੇ, ਫੈਕਟਸ ਦੀ ਮਾਈਨਿੰਗ ਕਰੇ। ਮਾਈਨਿੰਗ ਕੀ ਹੁੰਦੀ ਹੈ ਜੀ? ਇੱਕ ਤਾਂ ਮਾਈਨਿੰਗ ਖਨਨ ਹੁੰਦਾ, ਜਿੱਥੋਂ ਆਪਾਂ ਰੇਤਾ ਬਜਰੀ ਕੱਢਦੇ ਹਾਂ, ਬੜਾ ਤੁਸੀਂ ਸੁਣਿਆ ਹੋਣਾ ਨਾਮ ਮਾਈਨਿੰਗ। ਇਹ ਮਾਈਨਿੰਗ ਯਾਨੀ ਕਿ ਖੁਦਾਈ ਕਰੇ, ਜੱਜ ਦੀ ਇਹ ਜ਼ਿੰਮੇਵਾਰੀ ਹੈ। ਮੈਂ ਆਪਣੇ ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਉਸ ਖਬਰ ਨੂੰ ਤੁਹਾਡੇ ਤੱਕ, ਤੁਹਾਡੀ ਸਕਰੀਨ ਤੇ ਪਹੁੰਚਾ ਦੇ, ਤੁਹਾਨੂੰ ਦਿਖਾ ਦੇ। ਔਰ ਇਹ ਮਾਈਨਿੰਗ ਫਿਰ ਜੱਜ ਕਰਨੈਲ ਸਿੰਘ ਰਿਟਾਇਰਡ ਨੇ ਕੀਤੀ ਲੱਗਦੀ ਨਹੀਂ, ਜਿਵੇਂ ਕਿ ਉਹਨਾਂ ਦੇ ਆਦੇਸ਼ ਤੋਂ ਸਪਸ਼ਟ ਹੁੰਦਾ। ਹੁਣ ਕਿਉਂ ਨਹੀਂ ਕੀਤੀ ਉਹ ਜਾਣਦੇ ਆ, ਪਤਾ ਨਹੀਂ ਸੀ ਜਾਂ ਉਹਨਾਂ ਨੂੰ ਗੂਗਲ ਚਲਾਉਣਾ ਨਹੀਂ ਆਉਂਦਾ ਸੀ, ਗੋਡ ਨੋਸ। ਹੁਣ ਜ਼ਿਲ੍ਹਾ ਪ੍ਰਸ਼ਾਸਨ 15/6/2010 ਦੇ ਆਦੇਸ਼ ਦੇ ਵਿਰੁੱਧ ਯਾਨੀ ਕਿ ਅਪੀਲ 'ਚ ਜਾਂਦਾ। ਅਪੀਲ 'ਚ ਜਾਂਦਾ ਕਿੱਥੇ? ਉਹ ਜਾਂਦਾ ਹੈ ਜੀ ਐਡੀਸ਼ਨਲ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਦੀ ਅਦਾਲਤ 'ਚ। ਇਹ ਦਾਇਰ ਕੀਤੀ ਜਾਂਦੀ ਹੈ ਅਪੀਲ 26/8/2010 ਨੂੰ, 2 ਮਹੀਨਿਆਂ ਬਾਅਦ। ਤੇ ਫਿਰ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਕਹਿੰਦੇ ਆ ਕਿ ਬਈ ਤੁਹਾਨੂੰ ਸਮਨ ਜਾਰੀ ਹੋ ਗਏ ਸੀ, ਪ੍ਰਸ਼ਾਸਨ ਦੀ ਕਲਰਕਣੀ ਨੇ ਰਿਸੀਵ ਕੀਤੇ ਆ, ਜੇ ਤੁਸੀਂ ਸਹੀ ਸਮੇਂ ਸਿਰ ਆਏ ਨਹੀਂ ਤੇ 3-4 ਤਰੀਕਾਂ ਵੀ ਤੁਹਾਨੂੰ ਦਿੱਤੀਆਂ, ਸੁਣਵਾਈ ਰੋਕ ਕੇ ਰੱਖੀ ਹੈ। 3-4 ਤਰੀਕਾਂ ਵੈਸੇ ਮੈਨੂੰ ਤਾਂ ਲੱਗਦਾ ਨਹੀਂ ਵੀ ਜ਼ਿਆਦਾ ਨੇ, ਖੈਰ ਯਾਨੀ ਕਿ ਨਵੰਬਰ 2009 ਦੇ ਵਿੱਚ ਸੁਸਾਇਟੀ ਨੇ ਪਟੀਸ਼ਨ ਪਾਈ, ਸਿਵਲ ਮੈਟਰ ਹੈ। 2010 ਦੇ ਯਾਨੀ ਕਿ 1 ਮਹੀਨਾ ਪਹਿਲਾਂ ਅਕਤੂਬਰ 'ਚ ਫੈਸਲਾ ਵੀ ਜੱਜ ਸਾਹਿਬ ਸੁਣਾ ਦਿੰਦੇ ਐਕਸ ਪਾਰਟੀ। ਯਾਨੀ ਕਿ ਮੈਕਸੀਮਮ ਜੇ 2-2 ਮਹੀਨੇ 2.5 ਮਹੀਨੇ ਦੀ ਤਰੀਕ ਸਮਝੋ, 3-4 ਤਰੀਕਾਂ ਮੈਕਸੀਮਮ ਇਸ ਕੇਸ ਦੇ ਵਿੱਚ ਪਾਈਆਂ ਗਈਆਂ। ਰਫਤਾਰ ਚੰਗੀ ਸੀ ਜੀ। ਐਕਸ ਪਾਰਟੀ ਫੈਸਲੇ ਦੇ ਵਿਰੁੱਧ ਫਿਰ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਵੀ ਨਹੀਂ ਮੰਨਦੇ, ਉਹ ਕਹਿੰਦੇ ਨਥਿੰਗ ਡੂਇੰਗ, ਡਿਸਮਿਸ ਹੋ ਜਾਂਦੀ ਹੈ। ਫਿਰ ਅੱਗੇ ਤੁਸੀਂ ਅੱਗੇ ਦੇਖੋ ਕਿ ਪ੍ਰਸ਼ਾਸਨ ਉਸ ਵਕਤ ਦਾ ਡੀਸੀ ਪਤਾ ਨਹੀਂ ਕੌਣ ਸੀ, ਉਹ ਉਸ ਦੇ ਉੱਤੇ ਸੈਕੰਡ ਅਪੀਲ 'ਚ ਨਹੀਂ ਜਾਂਦੇ। ਪਤਾ ਸਿੱਧਾ ਉਹਨਾਂ ਨੂੰ ਕਿ 1991 ਵਾਲੇ ਰੂਲ ਦੇ ਵਿਰੁੱਧ ਫੈਸਲਾ ਹੋ ਗਿਆ ਅਦਾਲਤ ਵੱਲੋਂ। ਨਹੀਂ, ਹਾਈ ਕੋਰਟ ਗਏ ਨਹੀਂ ਗਏ ਤੇ ਉਸ ਵਕਤ ਦੇ ਡੀਸੀ ਨੂੰ ਪੁੱਛਣਾ ਚਾਹੀਦਾ, ਭਾਈ ਤੂੰ ਗਿਆ ਕਿ ਉਹਦੀ। ਹੁਣ ਇਸ ਫੈਸਲੇ ਨਾਲ, ਸਿਵਲ ਫੈਸਲੇ ਨਾਲ ਸਾਰੇ ਠੱਗ ਮਾਲਕ ਸਾਫ਼ ਹੋ ਗਏ, ਕਲੀਨ ਚਿੱਟ ਮਿਲ ਗਈ। ਜਿਵੇਂ ਕਹਿੰਦੇ ਜੀ ਕਮਲ ਦਾ ਫੁੱਲ ਖਿਲ ਗਿਆ, ਥੱਲੇ ਚਿੱਕੜ ਉੱਤੇ ਕਮਲ ਦਾ ਫੁੱਲ ਬਣ ਗਿਆ ਜੀ। ਅਦਾਲਤ ਨੇ ਬਣਾ ਦਿੱਤਾ, ਕ੍ਰਿਮੀਨਲ ਕੇਸ ਖਤਮ ਹੋ ਗਏ, ਬਰੀ ਹੋ ਗਏ। ਤੇ ਉਦੋਂ ਬਾਅਦ ਪ੍ਰਸ਼ਾਸਨ ਫਿਰ ਕੋਸ਼ਿਸ਼ ਕਰਦਾ ਵੀ ਮਿਊਟੇਸ਼ਨ ਕੈਂਸਲ ਕਰਕੇ ਵੇਖੀਏ। ਉਹ ਡੀਏ ਤੋਂ ਐਡਵਾਈਸ ਲੈਂਦਾ, ਡਿਸਟ੍ਰਿਕਟ ਅਟਾਰਨੀ ਤੋਂ। ਉਹ ਕਹਿੰਦੇ ਆ ਜੀ ਤੁਸੀਂ ਜਦੋਂ ਤੱਕ ਐਕਸ ਪਾਰਟੀ ਫੈਸਲੇ ਨੂੰ ਸੈੱਟ ਅਸਾਈਡ ਨਹੀਂ ਕਰਾਉਂਦੇ, ਤੁਸੀਂ ਇਹਨਾਂ ਲੋਕਾਂ ਦੀ, ਪ੍ਰਾਈਵੇਟ ਲੋਕਾਂ ਦੀ, ਠੱਗ ਮਾਲਕਾਂ ਦੀ ਜਿਹੜੀ ਹੈਗੀ ਆ ਓਨਰਸ਼ਿਪ, ਉਹ ਤੁਸੀਂ ਰੱਦ ਨਹੀਂ ਕਰ ਸਕਦੇ, ਉਹਨੂੰ ਟਿੰਕਰਿੰਗ ਨਹੀਂ ਕਰ ਸਕਦੇ, ਛੇੜਛਾੜ ਨਹੀਂ ਕਰ ਸਕਦੇ। ਗੁੱਡ ਐਡਵਾਈਸ। ਇਹ ਸੀਗੇ ਜੀ ਡੀਏ, ਸਿਆਣੇ ਡੀਏ ਗਿਣੇ ਜਾਂਦੇ ਆ। ਮੈਂ ਰੈਪੂਟੇਸ਼ਨ ਵੀ ਜਾਣਦਾ ਇਹਨਾਂ ਦੀ, ਅਵਤਾਰ ਸਿੰਘ, ਸ਼ਾਇਦ ਹਜੇ ਵੀ ਸਰਵਿਸ 'ਚ ਹੋਣ। ਸੋ ਉਹਨਾਂ ਨੇ ਐਡਵਾਈਸ ਦਿੱਤੀ, ਗੁੱਡ ਐਡਵਾਈਸ। ਹੁਣ ਆਉਂਦੇ ਆ ਜੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਾਰੇ ਦੀਆਂ 7 ਫਾਈਂਡਿੰਗਸ 'ਤੇ। ਉਹ ਨਿਚੋੜ ਕੀ ਕੱਢਦੇ ਆ, 7 ਨੁਕਤੇ ਕੱਢਦੇ। ਪਹਿਲਾ, ਉਹ ਕਹਿੰਦੇ ਜੀ ਜ਼ਮੀਨ ਸ਼ੁਰੂ ਤੋਂ ਹੀ ਨਜਾਇਜ਼ ਕਬਜ਼ੇ ਹੇਠ ਸੀ, ਜੋ ਕਿ ਹਰਬੰਸ ਸਿੰਘ ਅਤੇ ਜਨਮੇਜਾ ਸਿੰਘ ਸੇਖੋਂ ਨੇ ਤੇ ਉਹਨਾਂ ਦੇ ਬੰਦਿਆਂ ਨੇ ਕੀਤਾ ਸੀ। ਦੂਜਾ ਪੁਆਇੰਟ ਕਹਿੰਦੇ ਜੀ ਪੁਲਿਸ ਨੇ CRPC ਦੀ ਧਾਰਾ 145 ਤਹਿਤ ਇਹ ਜ਼ਮੀਨ ਦਾ ਕਬਜ਼ਾ ਇਸ ਸੁਸਾਇਟੀ ਦੇ ਮੈਂਬਰਾਂ ਨੂੰ, 45 ਨੂੰ ਦਵਾਤਾ ਸੀ। ਦਰਅਸਲ ਇਹ ਕਬਜ਼ਾ ਜਦੋਂ ਛੁਡਵਾਇਆ, ਇਹ ਪਹੁੰਚ ਗਿਆ ਜਨਮੇਜਾ ਸਿੰਘ ਸੇਖੋਂ ਅਤੇ ਹਰਬੰਸ ਸਿੰਘ ਤੋਂ ਟਰਾਂਸਫਰ ਹੋ ਕੇ ਵੇਦ ਪ੍ਰਕਾਸ਼ ਕੋਲ, ਬ੍ਰੈਕਟ ਦੇ ਵਿੱਚ ਦਲਿਤ ਸੁਸਾਇਟੀ ਕੋਲ। ਹੁਣ ਇਹ ਤੇ ਦਲਿਤ ਕਮ ਵੇਦ ਪ੍ਰਕਾਸ਼ ਕਾਬਜ਼ ਹੋ ਗਏ। ਤੀਜਾ ਪੁਆਇੰਟ ਆਉਂਦਾ ਜੀ 2002 'ਚ ਕੈਪਟਨ ਅਮਰਿੰਦਰ ਦੀ ਸਰਕਾਰ ਬਣ ਜਾਂਦੀ ਹੈ, ਵੇਦ ਪ੍ਰਕਾਸ਼ ਦਾ ਪਲੜਾ ਭਾਰੀ ਹੋ ਜਾਂਦਾ ਹੈ, ਉਹਦਾ ਪ੍ਰਭਾਵ ਵੱਧ ਜਾਂਦਾ ਪ੍ਰਸ਼ਾਸਨ 'ਚ। ਪੁਆਇੰਟ ਨੰਬਰ 4, ਸੁਸਾਇਟੀ ਦੇ ਦਲਿਤ ਮੈਂਬਰ ਜੋ ਕਿ ਅਤੀ ਗਰੀਬ ਨੇ, ਉਹ ਦੂਜੇ ਦਰਜੇ ਦੇ ਹੀ ਇਸ ਗੇਮ ਦੇ ਵਿੱਚ ਪਾਰਟਿਸਪੈਂਟਸ ਬਣ ਕੇ ਰਹਿ ਗਏ। ਇਹ DC ਸਾਹਿਬ ਲਿਖਦੇ ਆ। ਪੁਆਇੰਟ ਨੰਬਰ 5 ਕਹਿੰਦੇ ਆ ਕੰਪਰੋਮਾਈਜ਼ ਹੋਣ ਤੋਂ ਬਾਅਦ ਹੀ
ਸੁਸਾਇਟੀ ਦਾ ਮਤਾ ਪਾਇਆ ਗਿਆ ਜਿਸ ਤਹਿਤ ਸੈਲਿੰਗ ਰਾਈਟ ਜਿਹੜੇ ਆ ਮਸਤੇ ਨੂੰ ਤੇ ਹਦਾਇਤ ਨੂੰ ਦੇ ਦਿੱਤੇ ਗਏ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਨੂੰ। ਪੁਆਇੰਟ ਨੰਬਰ 6, ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਮਾਲ ਕਰਤੀ। ਪਤਾ ਹੋਣ ਦੇ ਬਾਵਜੂਦ 116 ਰਜਿਸਟਰੀਆਂ ਕਰਤੀਆਂ। ਜਦੋਂ ਡੀਸੀ ਸਾਹਿਬ ਨੇ ਉਹਨੂੰ ਕੁਐਸਚਨ ਕੀਤਾ ਬੁਲਾ ਕੇ, ਉਹ ਕਹਿੰਦਾ ਹਾਂ ਜੀ ਮੈਨੂੰ ਪਤਾ, ਇਹ ਜ਼ਮੀਨ ਵਿਕ ਨਹੀਂ ਸਕਦੀ, ਨਾ ਰੂਲ ਲੈਂਡ ਹੈ, ਅਤੇ ਇਹ ਵੀ ਪਤਾ ਵੀ 1991 'ਚ ਰੂਲਸ ਅਮੈਂਡ ਹੋਏ ਆ। ਅਤੇ ਫਿਰ ਕਹਿੰਦੇ ਤੂੰ ਕਰ ਕਿਉਂ ਦਿੱਤੀ ਬਈ, ਅੱਗੇ ਟਰਾਂਸਫਰ ਸੇਲ ਡੀਡ ਰਜਿਸਟਰ ਕਿਵੇਂ ਕਰਤੀ? ਉਹ ਕਹਿੰਦਾ ਜੀ ਦਰਅਸਲ ਪਟਵਾਰੀ ਨੇ ਜਮ੍ਹਾਂਬੰਦੀ 'ਚ ਰਪਟ ਨਹੀਂ ਮਾਰੀ ਸੀ, ਯਾਨੀ ਰਪਟ ਹੁੰਦੀ ਆ, ਉਹਦੇ ਵਿੱਚ ਅੰਦਰਾਜ ਨਹੀਂ ਕੀਤਾ ਸੀ ਕਿ ਜ਼ਮੀਨ ਵਿਕ ਨਹੀਂ ਸਕਦੀ। ਯਾਨੀ ਕਿ ਇੱਕ ਛੋਟੀ ਜਿਹੀ ਝੀਤ ਲੱਭ ਕੇ ਤੇ ਬੰਦੇ ਨੇ ਜਿਹਨੂੰ ਕਹਿੰਦੇ ਜੀ ਫਾਟਕੀ ਖੋਲ੍ਹਤਾ ਪੂਰਾ। ਝੀਤ ਸੀ ਮਾੜੀ ਜੀ, ਪਟਵਾਰੀ ਦੀ ਗਲਤੀ ਸੀ, ਅਤੇ ਉਹਨੇ ਫਿਰ ਝੀਤ 'ਚੋਂ ਦੀ ਇਹੋ ਜਿਹਾ ਹੱਥ ਪਾਇਆ ਕਿ ਸਾਰਾ ਕਿਵਾੜ ਖੋਲ੍ਹ ਕੇ ਰੱਖਤਾ ਦਲਿਤਾਂ ਦਾ। ਲੋ ਹੋਰ ਦੱਸਦੇ ਤੁਹਾਨੂੰ ਡੀਸੀ 'ਤੇ ਆਉਂਦੇ ਆ। ਉਸ ਵਕਤ ਦੇ ਡਿਪਟੀ ਕਮਿਸ਼ਨਰ ਨੇ ਜਿਹੜੀ ਚਾਰਜਸ਼ੀਟ ਇਹਨੂੰ ਜਾਰੀ ਹੋਈ ਗੁਰਦਰਸ਼ਨ ਢਿੱਲੋਂ ਨੂੰ, ਉਹ ਇਸ ਬਿਨਾਂ 'ਤੇ ਵਾਪਸ ਲੈ ਲਈ, ਕਿਉਂਕਿ ਇਹਨੇ ਦਲੀਲ ਦਿੱਤੀ ਜੀ ਮੇਰੀ ਤਾਂ ਗਲਤੀ ਨਹੀਂ ਸੀ, ਉਹ ਤਾਂ ਪਟਵਾਰੀ ਦੀ ਗਲਤੀ ਸੀ। ਪਟਵਾਰੀ ਜੇ ਉਹ 'ਚ ਲਿਖ ਦਿੰਦਾ ਤਾਂ ਮੈਨੂੰ ਨਜ਼ਰ ਆ ਜਾਂਦਾ, ਮੈਨੂੰ ਫਿਰ ਦਿਖਿਆ ਨਹੀਂ, ਇਸ ਕਰਕੇ ਫਿਰ ਮੈਂ ਰਜਿਸਟਰੀਆਂ ਕਰਤੀਆਂ। ਜਿਹੜੀ ਵੈਸੇ ਤੈਨੂੰ ਨੌਲੇਜ ਹੈ ਉਹਦਾ ਤੂੰ ਇਸਤੇਮਾਲ ਕਿਉਂ ਨਹੀਂ ਕੀਤਾ? ਇਹ ਉਸ ਵਕਤ ਦੇ ਡੀਸੀ ਨੇ ਫਿਰੋਜ਼ਪੁਰ ਨੇ ਪੁੱਛਿਆ ਨਹੀਂ, ਯਾਨੀ ਕਿ ਡੀਸੀ ਨੇ ਉਹਨੂੰ ਲੈਟ ਗੋ ਕਰਤਾ। ਇਹ ਸਨ 7 ਫਾਈਂਡਿੰਗਸ। ਅਤੇ ਹੁਣ ਗੱਲ ਕਰਾਂਗੇ ਡੀਸੀ ਸਾਹਿਬ ਨੇ ਵੇ ਫਾਰਵਰਡ ਕੀ ਸੁਜੈਸਟ ਕੀਤਾ ਹੈ, ਅੱਗੇ ਚੱਲਣ ਦਾ ਕੀ ਸੁਝਾਅ ਦਿੱਤਾ। ਉਹਨਾਂ ਨੇ ਸੁਝਾਅ ਦਿੱਤੇ ਆ ਜੀ 3। ਪਹਿਲਾ ਕਹਿੰਦੇ ਜੀ ਸਿਵਲ ਕੋਰਟ ਦੇ ਫੈਸਲੇ ਨੂੰ ਪਲਟਾਉਣ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਏ। ਇਹਦੇ ਵਿੱਚ ਨਿਯੁਕਤੀ ਜਿਹੜੀ ਹੁੰਦੀ ਹੈ ਲਿਮਿਟੇਸ਼ਨ ਪੀਰੀਅਡ ਇਹ ਲਾਗੂ ਨਹੀਂ ਹੋਣਾ, ਕਿਉਂਕਿ ਡੇਟ ਆਫ ਨੌਲੇਜ ਆਫ ਫਰਾਡ ਉਸ ਦਿਨ ਤੋਂ ਗਿਣੀ ਜਾਏਗੀ ਜਦੋਂ ਡੀਸੀ ਬਠਿੰਡੇ ਨੇ ਰਿਪੋਰਟ ਜਾਰੀ ਕਰਤੀ, ਦੇਤੀ ਸਰਕਾਰ ਨੂੰ। ਉਹ ਦਿੱਤੀ ਹਜੇ ਪਿਛਲੇ ਹਫ਼ਤੇ ਹੀ ਹੈ, 7 ਦਿਨ ਹੀ ਹੋਏ ਆ। 3 ਮਹੀਨਿਆਂ ਦੇ ਵਿੱਚ ਦਾਇਰ ਹੋਣੀ ਹੁੰਦੀ ਹੈ ਅੱਗੇ ਜਿਹੜੀ ਅਪੀਲ, ਸੋ ਟਾਈਮ ਹੈਗਾ। ਉਹ ਕਹਿੰਦੇ ਦਾਇਰ ਕਰ ਦੇਣੀ ਚਾਹੀਦੀ ਆ, ਅਤੇ ਜਿਹੜਾ ਸਿਵਲ ਕੋਰਟ ਦਾ ਫੈਸਲਾ ਉਹ ਪਲਟਾਉਣਾ ਚਾਹੀਦਾ, ਰੱਦ ਕਰਾਉਣਾ ਚਾਹੀਦਾ, ਕਿਉਂਕਿ ਉਹ ਨਜ਼ੂਲ ਲੈਂਡ ਟਰਾਂਸਫਰ ਰੂਲਸ ਜੋ 1956 ਦੇ ਆ ਉਹਨਾਂ 'ਤੇ ਆਧਾਰਿਤ ਹੈ। ਉਦੋਂ ਬਾਅਦ ਜਿਹੜੀ ਅਮੈਂਡਮੈਂਟ ਹੋਈ ਆ ਉਹ ਵਕੀਲ ਮਿਸਗਾਈਡ ਕਰ ਗਿਆ ਜੱਜ ਨੂੰ, ਜਾਂ ਜੱਜ ਨੇ ਗਾਈਡੈਂਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਉਹ ਫਿਰ ਰੱਦ ਹੋ ਸਕਦਾ। ਦੂਜਾ ਪੁਆਇੰਟ ਡੀਸੀ ਸਾਹਿਬ ਕਹਿੰਦੇ ਆ ਜੀ ਐਡਵੋਕੇਟ ਜਨਰਲ ਦੀ ਰਾਏ ਲੈ ਲਓ ਗੁਰਮਿੰਦਰ ਸਿੰਘ ਦੀ, ਕਿ ਜਿਹੜੇ ਕੇਸ ਕ੍ਰਿਮੀਨਲ ਸਿਵਲ ਕੇਸ ਦੇ ਫੈਸਲਾ ਆਉਣ ਤੋਂ ਬਾਅਦ ਖਤਮ ਹੋ ਗਏ ਉਹਨਾਂ ਨੂੰ ਕਿਵੇਂ ਰਿਵਾਈਵ ਕਰਨਾ, ਇਹ ਵੀ ਫੈਸਲਾ ਲੈ ਲਓ। ਤੀਜਾ ਪੁਆਇੰਟ ਡੀਸੀ ਪੈਰੇ ਕਹਿੰਦੇ ਆ ਨਾਇਬ ਤਹਿਸੀਲਦਾਰ ਰਿਟਾਇਰਡ ਗੁਰਦਰਸ਼ਨ ਸਿੰਘ ਢਿੱਲੋਂ 'ਤੇ ਫੌਜਦਾਰੀ ਯਾਨੀ ਕਿ ਪਰਚਾ ਦਰਜ ਕਰਕੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ, ਕਿਉਂਕਿ ਡਿਸਪਲਿਨਰੀ ਡਿਪਾਰਟਮੈਂਟਲ ਕਾਰਵਾਈ ਹੋ ਨਹੀਂ ਸਕਦੀ, ਰਿਟਾਇਰ ਹੋਏ ਨੂੰ ਕਾਫੀ ਦੇਰ ਹੋ ਗਈ। ਪਰ ਇੱਥੇ ਮੈਨੂੰ ਇਉਂ ਲੱਗਦਾ ਕਿ ਡੀਸੀ ਸਾਹਿਬ ਇੱਕ ਚੀਜ਼ ਛੱਡ ਗਏ, ਉਹ ਇਹ ਕਿ ਭਾਈ ਜਨਮੇਜਾ ਸਿੰਘ ਸੇਖੋਂ ਜਿਹਨੇ ਨਾ ਜ਼ਮੀਨ ਵੇਚੀ ਨਾ ਖਰੀਦੀ, ਜਿਹੜਾ ਕਲੀਨ ਬੈਠਾ ਅਤੇ ਉੱਤੋਂ ਮਲਾਈ ਛੱਕ ਕੇ ਪਾਸੇ ਹੋ ਗਿਆ, ਉਹਦਾ ਕੀ ਕਰੋਗੇ? ਉਹਦਾ ਵੀ ਕਰਨਾ ਬਣਦਾ ਕੁਛ। 120B ਹੁੰਦੀ ਆ ਉਹਦੇ ਵਿੱਚ ਵੀ। ਨਾਲੇ ਫਿਰ ਸੇਖੋਂ ਸਾਹਿਬ ਕਹਿੰਦੇ ਆ ਮੇਰਾ ਤਾਂ ਜੀ ਕਿਸੇ ਪਰਚੇ 'ਚ ਵੀ ਨਾਂ ਹੈ ਨਹੀਂ ਸੀ, ਮੈਂ ਤਾਂ ਕਿਸੇ ਅਦਾਲਤ ਅੱਗੇ ਪੇਸ਼ ਵੀ ਨਹੀਂ ਹੋਇਆ। ਭਾਈ ਸਾਹਿਬ ਤੁਸੀਂ ਪੇਸ਼ ਕੀ ਹੋਣਾ ਸੀ? ਤੁਸੀਂ ਤਾਂ ਸਫਾਈ ਨਾਲ ਹੀ ਸਾਰਾ ਕੁਝ ਕਰ ਗਏ, ਉੱਤੋਂ ਹੀ ਛੱਕ ਗਏ ਸਾਰਾ ਕੁਝ, ਮਲਾਈ ਲਾ ਕੇ ਦੁੱਧ ਤੋਂ, ਤੁਹਾਡੇ ਤੱਕ ਕੀ ਲੱਗਣਾ ਸੀ? ਹੁਣ ਪਰ ਗੱਲ ਆ ਵੀ ਲੋਕਾਂ ਨੂੰ ਸਮਝ ਆਉਂਦੀ ਜਾਂਦੀ। ਇਹ ਜਿਹੜੀ ਗੱਲ ਮੈਨੂੰ ਉਹਦਾ ਸਧਾਰਨ ਬੰਦੇ ਨੂੰ ਸਮਝ ਆ ਗਈ, ਅਤੇ ਜਿਹੜੇ ਤੁਹਾਡੇ ਵਰਗੇ ਸਿਆਣੇ ਆ ਹੋਰ ਲੋਕ ਆ ਉਹਨਾਂ ਨੂੰ ਤਾਂ ਜ਼ਰੂਰ ਆਉਂਦੀ ਹੋਊਗੀ। ਸੋ ਮੈਂ ਇੱਥੇ ਕਹਿਣਾ ਚਾਹੁੰਦਾ, ਚੌਥਾ ਪੁਆਇੰਟ ਡੀਸੀ ਸਾਹਿਬ ਇੱਕ ਹੋਰ ਐਡ ਕਰ ਦੇਣਾ ਸੀ ਤੁਸੀਂ, ਕਿ ਜਨਮੇਜਾ ਸਿੰਘ ਸੇਖੋਂ ਦੇ ਵਿਰੁੱਧ ਵੀ ਕਾਰਵਾਈ ਤੁਰੰਤ ਕਰਤੀ ਜਾਏ ਕ੍ਰਿਮੀਨਲ। ਹੋਰ ਨਹੀਂ ਬਣਦੀ ਤਾਂ ਵਿਜੀਲੈਂਸ ਬਿਊਰੋ ਨੂੰ ਉਹਨਾਂ ਦੇ ਵਿਰੁੱਧ DA ਦਾ ਕੇਸ ਦਰਜ ਕਰਕੇ ਹੀ ਉਹਨਾਂ ਦੀ ਅਸੈਟਸ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਨਾਓ ਆਰਟਿਕ ਛਾਤਰ ਠੱਗ ਕਬਜ਼ਾਕਾਰੀਆਂ ਨੂੰ 254 ਏਕੜ ਜ਼ਮੀਨ ਤੋਂ ਤੁਰੰਤ ਬਾਈ ਫੋਰਸ ਪੋਜੈਸ ਕਰ ਦੇਣਾ ਚਾਹੀਦਾ ਹੈ, ਅਤੇ ਫਿਰ
ਇਹ ਲੋਕ ਆਪੇ ਅਦਾਲਤਾਂ 'ਚ ਜਾ ਕੇ ਆਪਣਾ ਪੋਜੈਸ਼ਨ ਰਿਸਟੋਰ ਕਰਨ ਲਈ ਕਾਨੂੰਨੀ ਲੜਾਈ ਸਾਲਾਂ ਬੱਧੀ ਲੜਨ ਤੇ ਕਹਿਣ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ, ਕਾਨੂੰਨ ਦੀ ਪਰਵਾਹ ਨਹੀਂ ਕੀਤੀ, ਸਾਨੂੰ ਉੱਥੋਂ ਪੁਲਿਸ ਵਾਲਿਆਂ ਨੂੰ ਬੁਲਾ ਕੇ ਧੱਕੇ ਮਾਰ ਕੇ ਕੱਢਤਾ। ਫਿਰ ਤੁਸੀਂ ਇਨਸਾਫ ਮੰਗ ਲਿਓ ਤੇ ਫਿਰ ਜੇ ਕੋਰਟ ਦੇਊਗੀ ਇਨਸਾਫ ਤੁਸੀਂ ਲੈ ਲਿਓ। ਇਹ ਫਿਰ ਹੁੰਦਾ ਜਿਹਨੂੰ ਕਹਿੰਦੇ ਟਿਕਟ ਫॉर ਟੈਟ। ਦੂਜਾ ਜਿਹੜਾ ਮੈਂ ਸੁਝਾਅ ਦੇਣਾ ਚਾਹੁੰਦਾ, ਡੀਸੀ ਦੀ ਰਿਪੋਰਟ 'ਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ ਸਕੈਂਡਲ 'ਚ ਸ਼ਾਮਲ ਜਿਹੜੇ ਅਧਿਕਾਰੀ 16 ਲਿਸਟ ਦਿੱਤੀ ਗਈ ਹੈ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਜ਼ਿਆਦਾਤਰ ਉਹ ਮਿਨਿਸਟੀਰੀਅਲ ਸਟਾਫ ਦੇ ਨੇ। ਉਹਨਾਂ ਨੇ ਜਿਨ੍ਹਾਂ ਨੇ ਚਿੱਠੀਆਂ ਗਲਤ ਬਰਾਂਚਾਂ 'ਚ ਭੇਜੀਆਂ ਜਾਂ ਰਿਕਾਰਡ ਮੇਨਟੇਨ ਨਹੀਂ ਕੀਤਾ, ਉਹ ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਤੀਜਾ ਪੁਆਇੰਟ ਜੀ, ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ, ਵੇਦ ਪ੍ਰਕਾਸ਼ ਵਿਰੁੱਧ ਵੀ ਵਿਜੀਲੈਂਸ ਬਿਊਰੋ ਵੱਲੋਂ ਡਿਸਪ੍ਰੋਪੋਰਸ਼ਨੇਟ ਅਸੈਟਸ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਕਿਉਂਕਿ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਕੋਲ ਪੈਸੇ ਤਾਂ ਫਿਰ ਸਰੋਤਾਂ ਤੋਂ ਵੱਧ ਹੋਣੇ ਹੀ ਚਾਹੀਦੇ ਔਰ ਹੁੰਦੇ ਵੀ ਹੈਗੇ ਆ। ਵਿਜੀਲੈਂਸ ਬਿਊਰੋ ਨੇ ਸੁਝਾਅ ਦੇ ਦਿਆਂ ਵੱਡੇ ਇਹੋ ਜਿਹੇ ਕੇਸ ਫੜਨੇ ਚਾਹੀਦੇ ਆ, ਜਾਂ ਅਸੀਂ ਜਿਵੇਂ ਗੋਲਡਨ ਫੋਰੈਸਟ ਦੀ ਜ਼ਮੀਨ ਡੇਰਾਬੱਸੀ ਬਾਰੇ ਸਟੋਰੀ ਕੀਤੀ ਸੀ, ਉਹ ਜੇ ਵੱਡੇ ਸੱਪ ਫੜਨੇ ਚਾਹੀਦੇ ਆ। ਆਹ ਜਿਹੜੇ ਬਰਸਾਤੀ ਗੰਡੂਏ ਹੁੰਦੇ ਆ ਉਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਡੋਂਟ ਵੇਸਟ ਯੋਰ ਟਾਈਮ ਔਨ ਪੈਟੀ ਕੇਸਿਸ ਵਿਜੀਲੈਂਸ ਬਿਊਰੋ ਜੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਜਾਂਚ ਰਿਪੋਰਟ ਦੇ ਆਧਾਰ ਤੇ ਇੱਕ ਸੀਨੀਅਰ ਅਫਸਰ ਨੂੰ ਨੋਡਲ ਆਫਿਸਰ ਨਿਯੁਕਤ ਕਰਨਾ ਚਾਹੀਦਾ ਤੇ ਉਹ ਆਲ ਕੁਐਸਚਨਸ ਆਨਸਰਡ ਹੇਅਰ ਦਾ ਫੱਟਾ ਲਾ ਕੇ ਬੈਠੇ। ਫਿਰ ਇਸ ਅਧਿਕਾਰੀ ਦੀ ਟ੍ਰਾਂਸਫਰ ਨਹੀਂ ਹੋਣੀ ਚਾਹੀਦੀ, ਨਾਨ ਟ੍ਰਾਂਸਫਰੇਬਲ till the matter is legally technically solved resolved। ਹੁਣ अखीर एक शेर, सरफरोशी की तमन्ना अब हमारे उदी थां ते भगवंत मान के दिल में है, देखना है जोर कितना बाजुए कातिल यानी कि अकाली दल में है।